फ्रेंड्स, वेलकम माय चैनल ट्यूशन। अज आप करेंगे इंग्लिश का लैसन नंबर 7 ग्लोबल वार्मिंग। लैसन नंबर 7 ग्लोबल वार्मिंग मीनस विश्व तापमान। ठीक है, आप ये फर्स्टली ट्रांसलेशन करांगे। Cutting of trees is giving us warning that there is an increasing in global warming. It's increasing day by day. We all are aware. To control its we really don't care. ਕਟਿੰਗ ਜਿਹੜੀ ਆਪਾਂ ਟਰੀਜ਼ ਦੀ ਕਰਦੇ ਹਾਂ, ਇਹ ਸਾਨੂੰ ਇੱਕ ਚੇਤਾਵਨੀ ਦੇ ਰਹੀ ਹੈ ਕਿ ਇਹਦੇ ਨਾਲ ਗਲੋਬਲ ਵਾਰਮਿੰਗ ਜਾਨੀ ਵਿਸ਼ਵ ਤਾਪਮਾਨ ਵੱਧ ਰਿਹਾ ਹੈ। ਇਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਠੀਕ ਹੈ, ਆਪਾਂ ਇਸ ਨੂੰ ਕੰਟਰੋਲ ਕਰ ਲਈ ਆਪਾਂ ਨੇ ਕੋਈ ਕੇਅਰ ਨਹੀਂ ਕਰਦੇ, ਆਪਾਂ ਕੋਈ ਐਫਰਟ ਨਹੀਂ ਕਰਦੇ ਵੀ ਆਪਾਂ ਇਹਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ। ਠੀਕ ਹੈ, the burning of stubble is doing pollution and we haven't still found any solution. Use of vehicles is increasing day by day, out of which harmful emission are finding way. ਜਿਹੜਾ ਆਪਾਂ ਪਰਾਲੀ ਨੂੰ ਸਾੜਦੇ ਹਾਂ, ਠੀਕ ਹੈ, ਇਹ ਪੋਲਿਊਸ਼ਨ ਕਰਦਾ ਹੈ ਅਤੇ ਆਪਾਂ ਨੂੰ ਹਜੇ ਤੱਕ ਇਸ ਚੀਜ਼ ਦਾ ਕੋਈ ਸਲਿਊਸ਼ਨ ਨਹੀਂ ਮਿਲਿਆ। ਵਾਹਨਾਂ ਦੀ ਆਪਾਂ ਜਿਹੜੀ ਯੂਜ਼ ਆ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਠੀਕ ਹੈ, ਜਿਸ ਦਾ ਅਸੀਂ ਹਜੇ ਤੱਕ ਕੋਈ ਵੀ ਹੱਲ ਨਹੀਂ ਲੱਭਿਆ ਹੈ। ਠੀਕ ਹੈ, ਨੈਕਸਟ ਹੈ high use of fertilizers has raised Earth's temperature, which is indeed a threat to Mother Nature. Our life will soon become a dreadful hell, and on this planet it will be difficult to dwell. Now we should find solution for global warming to make Earth worth living for generation coming. ठीक है, ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਆਪਾਂ ਖਾਦਾਂ ਦੀ ਯੂਜ਼ ਕਰਦੇ ਹਾਂ, ਫਰਟੀਲਾਈਜ਼ਰਸ ਯੂਜ਼ ਕਰਦੇ ਹਾਂ, ਇਹ ਧਰਤੀ ਦਾ ਤਾਪਮਾਨ ਹੈ ਜਿਹੜਾ ਉਹਦੇ ਨਾਲ ਵੱਧਦਾ ਹੈ। ਠੀਕ ਹੈ, ਜਿੱਦਾਂ ਕਿ ਆਪਣੀ ਧਰਤੀ ਦੇ ਵੱਧਦੇ ਤਾਪਮਾਨ ਨਾਲ ਸਾਡਾ ਜੀਵਨ ਵੀ ਛੇਤੀ ਨਰਕ ਵਰਗਾ ਹੋ ਜਾਵੇਗਾ, ਉਦੋਂ ਆਪਣਾ ਧਰਤੀ 'ਤੇ ਰਹਿਣਾ ਵੀ ਮੁਸ਼ਕਿਲ ਹੋ ਜਾਵੇਗਾ। ਇਸ ਲਈ ਸਾਨੂੰ ਵਿਸ਼ਵ ਤਾਪਮਾਨ ਨਾਲ ਜਲਦੀ ਹੀ ਕੋਈ ਹੱਲ ਲੱਭਣਾ ਚਾਹੀਦਾ ਹੈ। ਠੀਕ ਹੈ, ਤਾਂ ਸਾਡੀ ਧਰਤੀ 'ਤੇ ਆਉਣ ਵਾਲੀਆਂ ਸੰਤਾਨਾਂ ਦੇ ਰਹਿਣ ਯੋਗ ਬਣਾਇਆ ਜਾ ਸਕੇ। ਠੀਕ ਹੈ, ਇਹ ਸੀਗਾ ਆਪਣਾ ਲੈਸਨ ਨੰਬਰ 7 ਗਲੋਬਲ ਵਾਰਮਿੰਗ ਵਿਸ਼ਵ ਤਾਪਮਾਨ। ਠੀਕ ਹੈ, ਨੈਕਸਟ ਹੈ ਗਲੋਸਰੀ। ਗਲੋਬਲ ਵਾਰਮਿੰਗ ਤੁਹਾਨੂੰ ਦੱਸਿਆ ਸੀ ਵਿਸ਼ਵ ਤਾਪਮਾਨ, ਪੰਜਾਬੀ ਵਿੱਚ ਆਪਾਂ ਇਹਨੂੰ ਵਿਸ਼ਵ ਤਾਪਮਾਨ ਕਹਿ ਸਕਦੇ ਹਾਂ। ਠੀਕ ਹੈ, ਵਿਸ਼ਵ, ਠੀਕ ਹੈ, ਤਾਪਮਾਨ, ਵਿਸ਼ਵ ਤਾਪਮਾਨ। ਠੀਕ ਹੈ, ਤੁਸੀਂ ਇਹਨੂੰ ਪੰਜਾਬੀ 'ਚ ਅਗਰ ਲਿਖਣਾ ਹੋਵੇ ਤਾਂ ਲਿਖ ਸਕਦੇ ਹੋ। ਇਨਕਰੀਜ਼ ਇਨ ਟੈਂਪਰੇਚਰ ਆਫ ਅਰਥ। ਠੀਕ ਹੈ, ਸਟਬਲ ਡਰਾਈ ਸਟਾਕਸ ਲੈਫਟ ਆਫਟਰ ਹਾਰਵੈਸਟਿੰਗ। ਜਦੋਂ ਆਪਾਂ ਕਣਕ ਦੀ ਖੇਤੀ ਕਰਦੇ ਹਾਂ ਉਦੋਂ ਜਦ ਆਪਾਂ ਉਹਨੂੰ ਵੱਢ ਦਿੰਦੇ ਹਾਂ, ਫਿਰ ਉਹਦੇ ਮਗਰੋਂ ਕੁਝ ਡਰਾਈ ਸਟਾਕਸ ਰਹਿ ਜਾਂਦੇ ਨੇ, ਮਤਲਬ ਕੁਝ ਰਹਿ ਜਾਂਦਾ ਵਾ ਜਿਹਨੂੰ ਆਪਾਂ ਪਰਾਲੀ ਕਹਿੰਦੇ ਹਾਂ। ਠੀਕ ਹੈ, ਉਹ ਜਿਹੜਾ ਹੈਗਾ ਹੈ, ਠੀਕ ਹੈ, ਉਹਨੂੰ ਆਪਾਂ ਸਾੜ ਦਿੰਦੇ ਹਾਂ, ਉਹਨੂੰ ਡਰਾਈ ਸਟਾਕਸ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਪਰਾਲੀ ਕਹਿੰਦੇ ਹਾਂ। ਸਟਬਲ ਮੀਨਸ ਹੁੰਦਾ ਪਰਾਲੀ। ਠੀਕ ਹੈ, ਮੈਂ ਲਿਖ ਕੇ ਦਿਖਾ ਦਿੱਤੀ ਤੁਹਾਨੂੰ, ਤੁਸੀਂ ਅਗਰ ਪੰਜਾਬੀ 'ਚ ਲਿਖਣਾ ਹੋਵੇ ਤਾਂ ਲਿਖ ਸਕਦੇ ਹੋ ਪਰਾਲੀ। ਠੀਕ ਹੈ, ਇਹ ਆ ਪਰਾਲੀ। ਨੈਕਸਟ ਹੈ ਐਮਿਸ਼ਨ, ਉਤਸਰਜਨ, ਥਰੋਇੰਗ ਆਊਟ। ਠੀਕ ਹੈ, ਮੈਂ ਲਿਖ ਦਿੰਦੀ ਹਾਂ, ਮੈਂ ਹਰੇਕ ਦਾ ਪੰਜਾਬੀ ਵਿੱਚ ਮੀਨਿੰਗ ਲਿਖ ਦਿੰਦੀ ਹਾਂ। ਠੀਕ ਹੈ, ਉਹਨੂੰ ਤੁਸੀਂ ਅਗਰ ਲਿਖਣਾ ਹੋਵੇ ਨੋਟਬੁੱਕ ਵਿੱਚ ਪੰਜਾਬੀ 'ਚ ਉਹ ਲਿਖ ਸਕਦੇ ਹੋ, ਉਤਸਰਜਨ, ਉਤਸਰਜਨ। ਠੀਕ ਹੈ, ਨੈਕਸਟ ਹੈ ਫਰਟੀਲਾਈਜ਼ਰਸ, ਕੈਮੀਕਲ ਯੂਜ਼ ਟੂ ਸੋਇਲ ਰਿਚ, ਖਾਦ। ਠੀਕ ਹੈ, ਖਾਦ ਕਹਿ ਸਕਦੇ ਹਾਂ ਜਾਂ ਫਿਰ ਰਸਾਇਣਿਕ ਖਾਦਾਂ, ਖਾਦ ਕਹਿ ਲਓ ਚਾਹੇ ਰਸਾਇਣਿਕ ਖਾਦਾਂ ਕਹਿ ਲਓ। ਠੀਕ ਹੈ, ਹਾਰਮਫੁਲ, ਹਾਨੀਕਾਰਕ, ਵੈਰੀ ਬੈਡ। ਇਹ ਸੀਗੀ ਆਪਣੀ ਗਲੋਸਰੀ। ਠੀਕ ਹੈ, ਨੈਕਸਟ ਹੈ ਫਿਲ ਇਨ ਦੀ ਬਲੈਂਕਸ। ਫਿਲ ਇਨ ਦਾ ਬਲੈਂਕਸ, ਫਸਟ ਆਪਾਂ ਨੂੰ ਆਪਸ਼ਨਸ ਦਿੱਤੀਆਂ ਹੋਈਆਂ ਨੇ, ਆ ਆਪਣੀਆਂ ਬਲੈਂਕਸ ਨੇ।
फर्स्ट है डैश इज़ गिविंग अस वार्निंग। ये अपनी पोएम ਦੇ ਵਿੱਚ ਚੱਕੀਆਂ ਹੋਈਆਂ ਨੇ, ठीक है। एक बार ब्लैंक्स करने तो पहले अगर तुम अपने आप करनी चाहो तो तुम अपने वो कर सकते हो। पहले पोएम चंगी तरह रिवाइज कर लो, ठीक है। फिर वो पता लग जाएगा भी किमें किमें लाइन्स ने, फिर तुम्हें पता लग जू, ठीक है। तो उपर ऑप्शन भी दिते हैं, ऑप्शन तो भी अपन हिंट मिल जाता है। देखो डैश इज़ गिविंग अस वार्निंग, ग्लोबल वार्मिंग। ऑप्शन बोल रही है मैं हूँ, ग्लोबल वार्मिंग, डिफिकल्ट, टैंपरेचर, कटिंग ऑफ ट्रीज डे बाय डे, ठीक है। हम दसो ये आएगा, ग्लोबल वार्मिंग नहीं आना, डिफिकल्ट भी नहीं आना। अपन वार्निंग की दे रहे, ग्लोबल वार्मिंग दे रहा, डिफिकल्ट, टैंपरेचर, कटिंग ऑफ ट्रीज या फिर डे बाय डे। यस, कटिंग ऑफ ट्रीज जिहड़ा इहदा आंसर होएगा। हाई यूज ऑफ फर्टिलाइजर्स हैज़ रेज्ड अर्थ's डैश। खादां की ज़्यादा वरतों करन नाल अर्थ का की वध रहा है। चलो आप टिक लगा देते हैं, कटिंग ऑफ ट्रीज अपना हो गया, ठीक है, सर्कल लाता। हुण अपने रह गए, अपने को रह गए ग्लोबल वार्मिंग, डिफिकल्ट, टैंपरेचर या फिर डे बाय डे। ग्लोबल वार्मिंग विश्व तापमान वधदा है, आपां नूं मुश्किल आती है। तापमान वधदा है, टैंपरेचर या फिर दिनों दिन। इसदा आंसर आएगा टैंपरेचर। टैंपरेचर। डैश इज़ बर्निंग टॉपिक, की बर्निंग टॉपिक है साडा। देखो हुण अपना टैंपरेचर भी हो गया, कटिंग ट्रीज भी हो गया, ठीक है। की रह गया अपने कोल, डिफिकल्ट, ग्लोबल वार्मिंग और डे बाय डे। हुण देखो बर्निंग टॉपिक की है, अपने चैप्टर का की नेम है, यस, ग्लोबल वार्मिंग। यूज़ ऑफ व्हीकल इज़ इनक्रीजिंग, यस, वाहनों की वरतों दिनों दिन वध रही है। ऑन दिस प्लैनेट इट विल बी डिफिकल्ट टू डवेल, इस धरती उत्ते रहना फिर सानू मुश्किल हो जाएगा, ठीक है। यह अपना आ गया फिल इन द ब्लैंक्स ही। हुण अपन राइमिंग वर्ड्स दिते हुए ने, एक बार आप चैप्टर देख लीए, वो फिर देखो मैं तुहानूं दस दूँगी, ठीक है। आ रही है अपनी पोएम ग्लोबल वार्मिंग, ठीक है। डैश इज़ गिविंग अस, देखो डैश इज़ गिविंग अस वार्निंग, अपन दिता होया है, ठीक है। कटिंग ऑफ ट्रीज इज़ गिविंग अस वार्निंग दैट देयर इज़ एन इंक्रीजिंग इन ग्लोबल वार्मिंग। हुण देखो वार्निंग एंड वार्मिंग दोनों राइमिंग बन गए ना, दोनों की प्रोनाउंसिएशन सेम है बट मीनिंग डिफरेंट है, वो होंगे ने राइमिंग वर्ड्स, ठीक है। मतलब आप एक सुर कह सकते हैं, एक सुर लग जाता उन्होंने, जिमें वार्निंग वार्मिंग। कई बार आप हो सकते हैं, अगर मैं बोला वार्निंग, कई लगेगा वार्मिंग बोल रहे हैं, वो होंगे ने राइमिंग वर्ड्स, ठीक है। अगे है अवेयर एंड केयर। पोएम के लास्ट में जोड़े लगे होंगे ने हमेशा राइमिंग वर्ड्स होंगे ने, ठीक है। नैक्सट है पोल्यूशन, सल्यूशन, डे वे। हाई यूज ऑफ टेम्परेचर एंड नेचर, नेचर टेम्परेचर, ठीक है। नैक्सट है हैल डिवेल, नैक्सट है वार्मिंग कमिंग, ठीक है। हुण आपां करते हैं उत्थे ही। हुण आ रहा है जिहड़े भी आपां पढ़े सी, अवेयर, केयर, वार्निंग एंड वार्मिंग आपां नूं पहलां ही एग्जाम्पल दित्ती हुई है, ठीक है। नैक्सट है पोल्यूशन सॉल्यूशन, डे वे, टैंपरेचर नेचर। मैं तुहानूं जिवें दस्सिया सी उवें उवें आ रहे हैं, ठीक है। हैल डिवेल जिहड़ी पोएम दे विच यूज़ किए गए हैं, वो बोलने अपने को आप जिहड़े मर्जी बना लिए, पर इन्होंने पोएम विचों किया है, ठीक है। वार्मिंग कमिंग, ये अपने बन गए राइमिंग वर्ड्स। नैक्सट है ट्रू फॉल्स, वी शुड कट मोर एंड मोर ट्रीज। फॉल्स आपां नूं वध तों वध दरख्त कट्टने चाहिए हैं, नो सानू लगाने चाहिए हैं, ये फॉल्स है। वी शुड यूज़ लैस फर्टिलाइजर, सानू खादां की घट वरतों करनी चाहिए है, हाँ जी घट करनी चाहिए है, इट्स ट्रू। राइज इन टैंपरेचर विल मेक आवर लाइफ हैप्पी, फॉल्स। टैंपरेचर के वधण नाल साडी लाइफ की खुश हो रही है, साडी मतलब लाइफ वधिया बन रही है, नहीं, ये फॉल्स है, ठीक है।
ਵੀ ਸ਼ੁੱਡ ਗੈਟ ਆਵਰ ਵਹੀਕਲਸ ਚੈੱਕਡ ਐਟ ਸਪੈਸੀਫਿਕ ਇੰਟਰਵਲਸ। ਇਹ ਟਰੂ ਹੈ, ਠੀਕ ਹੈ। ਕੰਪਲੀਟਿਡ ਪੋਇਮ ਦੇ ਵਿੱਚ ਆਪਾਂ ਨੂੰ ਦਿੱਤੀਆਂ ਦ ਬਰਨਿੰਗ ਆਫ ਸਟਬਲ ਇਜ਼ ਡੂਇੰਗ ਪੋਲਿਊਸ਼ਨ ਐਂਡ ਵੀ ਹੈਵਨਟ ਸਟਿਲ ਫਾਊਂਡ ਐਨੀ ਸਲਿਊਸ਼ਨ, ਠੀਕ ਹੈ। ਇਹ ਆਪਾਂ ਨੂੰ ਲਾਈਨਸ ਦਿੱਤੀਆਂ ਹੋਈਆਂ ਨੇ ਪੋਇਮ ਦੇ ਵਿੱਚੋਂ। ਪੰਜਾਬੀ ਵਿੱਚ ਆਪਾਂ ਇਹਨਾਂ ਨੂੰ ਕਹਿੰਦੇ ਹਾਂ ਸਤਰਾਂ ਪੂਰੀਆਂ ਕਰਨਾ, ਠੀਕ ਹੈ। ਇੱਕ ਲਾਈਨ ਦਿੱਤੀ ਹੋਈ ਹੈ, ਅਗਲੀ ਲਾਈਨ ਪੂਰੀ ਕਰਨੀ ਹੈ। ਤੁਹਾਨੂੰ ਇਹ ਵੀ ਆ ਸਕਦਾ ਹੈ ਪੇਪਰ ਵਿੱਚ, ਠੀਕ ਹੈ। ਯੂਜ਼ ਆਫ ਵਹੀਕਲ ਇਜ਼ ਇਨਕਰੀਜ਼ਿੰਗ ਡੇ ਬਾਈ ਡੇ, ਆਊਟ ਆਫ ਵਿਚ ਹਾਰਮਫੁਲ ਇਮਿਸ਼ਨ ਆਰ ਫਾਈਂਡਿੰਗ ਵੇ। ਦੇਖੋ ਹੁਣ ਲਾਸਟ ਵਿੱਚ ਇਹਨਾਂ ਦੇ ਲੱਗ ਗਿਆ ਨਾ, ਇਸ ਲਈ ਪੋਇਮ ਬਣ ਜਾਂਦੀ ਹੈ। ਜਦ ਕਿਸੇ ਮਤਲਬ ਲਾਈਨਸ ਦੇ ਵਿੱਚ ਬਣ ਜਾਂਦਾ ਹੈ ਨਾ, ਪਿੱਛੇ ਰਾਈਮਿੰਗ ਵਰਡਸ ਹੋਣ, ਉਹ ਪੋਇਮ ਹੁੰਦੀ ਹੈ ਇੱਕ ਤਰ੍ਹਾਂ ਦੀ, ਠੀਕ ਹੈ। ਨੈਕਸਟ ਨੇ ਆਪਾਂ ਨੂੰ ਪਿਕਚਰ ਦਿੱਤੀ ਹੋਈ ਹੈ, ਇਹਦੇ ਵਿੱਚ ਪੁੱਛਿਆ ਹੋਇਆ ਵੀ ਤੁਸੀਂ ਇਸ ਪਿਕਚਰ ਵਿੱਚ ਕੀ ਦੇਖ ਰਹੇ ਹੋ। ਆਪਾਂ ਦੇਖ ਰਹੇ ਹਾਂ ਸਨ ਹੈ, ਕਲਾਊਡਸ ਨੇ, ਬਰਡਸ ਨੇ, ਐਲੀਫੈਂਟ ਹੈ, ਫਲਾਵਰਸ ਨੇ, ਮਾਊਂਟੇਨਸ, ਟਰੀ, ਠੀਕ ਹੈ। ਬਹੁਤ ਕੁਝ ਦੇਖ ਰਹੇ ਹਾਂ ਆਪਾਂ। ਫਸਟ ਲਿਖਾਂਗੇ ਆਪਾਂ ਸਨ, ਆ ਰਿਹਾ ਸਨ। ਨੈਕਸਟ ਹੈ ਸਟਾਰਸ, ਸਟਾਰਸ ਵੀ ਨੇ ਦੇਖੋ, मून भी है, बर्ड्स, मून, क्लाउड, फ्लावर्स, एलिफेंट एंड ट्रीज, ठीक है। नैक्सट है बर्ड्स के नेम लिखने ने, बर्ड्स सारिਆਂ ਨੂੰ आते होंगे ने, ठीक है। फस्ट है, फस्ट देखो की है, ये दसो की है, सारिਆਂ ਨੂੰ पता होएगा, छोटे तो छोटे बच्चे ਨੂੰ पता होंगे है। ये है जी आउल, आउल। नैक्सट स्पैरो, ये है जी स्पैरो। क्रो, पिजन, पैरट, डक एंड पीकॉक। पिजन, पैरट, डक एंड पीकॉक, ये सी अपने बर्ड्स नेम लिखने से। नैक्सट ने फिल इन द ब्लैंक्स विद सूटेबल डिस्क्राइबिंग वर्ड। अ डैश मैंगो, मैंगो की होंगे है स्वीट, सोर और बिटर। ये स्वीट होंगे है, आप लिख सकते हैं ना, अ स्वीट मैंगो। अ फ्लावर, अ डैश फ्लावर, फ्लावर सारे फ्लावर्स ब्यूटीफुल होंगे ने, इसलिए आप यूज़ करेंगे अ ब्यूटीफुल फ्लावर। अ डैश ट्री, ट्रीज ग्रीन होंगे ने, इसलिए आप यूज़ करेंगे ग्रीन। अ डैश आइसक्रीम, आइसक्रीम हर एक नू टेस्टी लगती है, आप की लिखांगे अ टेस्टी आइसक्रीम। अ डैश कार, कार देखो हम तुहानू किमें लग रही है, ओल्ड लग रही है या फिर न्यू लग रही है, यस दिस इज़ न्यू कार, अ न्यू कार। अ डैश एलीफेंट, एलीफेंट हमेशा बड़ा होंदा है, इसलिए आप यूज़ करेंगे अ बिग एलीफेंट। नैक्सट है अंडरलाइन करने से, मैं ऑलरेडी करते, ठीक है। थोड़े बुक उत्ते किते नहीं होने, तुसीं कर लिओ। माई मदर कुक्स टेस्टी फूड, एडजैक्टिव्स मतलब किसी की विशेषता दसनी। मदर कुक्स टेस्टी फूड, माता वधिया मतलब स्वादिष्ट खाना पकाते हैं, ठीक है। और विशेषता की है स्वादिष्ट। पेंटिंग इज़ वेरी कलरफुल, पेंटिंग तो नॉर्मल कह सकते, दिस इज़ अ पेंटिंग, दिस दैट वाज पेंटिंग, ठीक है। उन्होंने दसिया भी दिस पेंटिंग इज़ कलरफुल, ठीक है। ये एक रंग बिरंगी पेंटिंग है, इसलिए कलरफुल अपने अंडरलाइन करता। द एलीफेंट इज़ ह्यूज एनीमल, एलीफेंट आप कह सकते हैं दिस इज़ एलीफेंट, दैट वाज एलीफेंट, बट ये दिता ह्यूज एनीमल, ये विशेषता दस दी, इसलिए आप ह्यूज में अंडरलाइन किया। वी शुड ईट फ्रैश फ्रूट्स, आप नॉर्मली गल करते हुए आप कह सकते हैं वी ईट फ्रूट्स, वी ईट वैजिटेबल्स, ठीक है। बट ये फ्रैश लिखता, फ्रैश ताज़ी, ये विशेषता हो गई भी असी ताज़े फल खाधे, इसलिए फ्रैश अंडरलाइन किया। एन ओल्ड मैन वॉज सिटिंग ऑन द बेंच, ओल्ड आप जब कह देंगे अ मैन इज सिटिंग ऑन द बेंच, आपको की पता भी ओल्ड है या फिर यंग मैन है, इस ये ओल्ड दिता है, इसलिए वो विशेषता लग गई, आपको पता भी ये हैगा किहड़ा, ठीक है, हैगा की है या किवें है, ये होंगे ने एडजैक्टिव्स। नैक्सट है कंप्लीट द फॉलोइंग सेंटेंसिस बाय यूजिंग करैक्ट डिग्रीज ऑफ एडजैक्टिव्स गिवन इन द ब्रैकेट। ब्रैकेट में आपको डिग्रीज दी हुई ने, जिमें टॉल, टॉलर, टॉलेस्ट, ओल्ड, ओल्डर, ओल्डेस्ट, एक दी हुई ने, ठीक है।
ਆਪਾਂ ਨੇ ਬਲੈਂਕਸ ਦੇ ਵਿੱਚ ਜਿਹੜੀ ਕਰੈਕਟ ਡਿਗਰੀ ਉਹ ਫਿਲ ਕਰਨੀ ਹੈ। ਦੋਨੋਂ ਤਾਂ ਨਹੀਂ ਫਿਲ ਕਰ ਸਕਦੇ, ਇੱਕ ਕਰੈਕਟ ਡਿਗਰੀ ਫਿਲ ਕਰਨੀ ਹੈ। ਹੁਣ ਦੇਖੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਜਿਹੜੀ ਫਸਟ ਫੋਰਮ ਹੁੰਦੀ ਹੈ, ਠੀਕ ਹੈ, ਉਹ ਕਿੱਥੇ ਲੱਗਦੀ ਹੈ? ਜਿੱਥੇ ਆਪਾਂ ਇੱਕ ਜਾਣੇ ਦੀ ਗੱਲ ਕਰਦੇ ਹੋਈਏ, ਠੀਕ ਹੈ। ਜਿੱਥੇ ਦੋ ਜਣਿਆਂ ਦੀ ਗੱਲ ਕਰਦੇ ਹੋਈਏ ਉੱਥੇ ਆਪਾਂ ਯੂਜ਼ ਕਰਾਂਗੇ ਸੈਕਿੰਡ ਡਿਗਰੀ। ਜਿੱਥੇ ਆਪਾਂ ਦੋ ਜਾਂ ਦੋ ਤੋਂ ਵੱਧ ਜਣਿਆਂ ਦੀ ਗੱਲ ਕਰਦੇ ਹੋਈਏ ਉੱਥੇ ਆਪਾਂ ਯੂਜ਼ ਕਰਾਂਗੇ ਥਰਡ ਡਿਗਰੀ। ਜਿਵੇਂ ਜਸਪ੍ਰੀਤ ਇਜ਼ ਡੈਸ਼ ਦੈਨ ਰਜਨ। ਹੁਣ ਇੱਥੇ ਦੋ ਜਣਿਆਂ ਦੀ ਗੱਲ ਕੀਤੀ ਹੈ। ਜਸਪ੍ਰੀਤ ਰਜਨ ਨਾਲੋਂ ਲੰਬੀ ਹੈ, ਪਰ ਕਿਵੇਂ? ਕਿਹੜੀ? ਟੌਲਰ ਜਾਂ ਟੌਲਰ। ਇੱਥੇ ਕਿਉਂਕਿ ਦੋ ਜਣਿਆਂ ਦੀ ਗੱਲ ਕੀਤੀ ਗਈ ਹੈ, ਇਸ ਲਈ ਆਪਾਂ ਇੱਥੇ ਯੂਜ਼ ਕਰਾਂਗੇ ਟੌਲਰ। ਸ਼ੀ ਇਜ਼ ਡੈਸ਼ ਦੈਨ ਮਾਈ ਮਦਰ। ਇੱਥੇ ਵੀ ਦੋ ਜਣਿਆਂ ਦੀ ਗੱਲ ਕੀਤੀ ਗਈ ਹੈ, ਇਸ ਲਈ ਆਪਾਂ ਇੱਥੇ ਯੂਜ਼ ਕਰਾਂਗੇ ਓਲਡਰ। ਸ਼ੀ ਇਜ਼ ਦ ਡੈਸ਼ ਗਰਲ ਆਫ ਆਵਰ ਕਲਾਸ। ਇੱਥੇ ਹੁਣ ਇੱਕ ਜਾਣੇ ਦੀ ਗੱਲ ਕੀਤੀ ਹੈ, ਯੂਜ਼ ਕਰਾਂਗੇ ਬੈਸਟ। ਆਈ ਐਮ ਐਨ ਡੈਸ਼ ਵਰਕਰ। ਇੱਕ ਜਾਣੇ ਦੀ ਗੱਲ ਕੀਤੀ ਗਈ ਹੈ, ਐਫੀਸ਼ੀਐਂਟ। ਅ ਡੌਗ ਇਜ਼ ਡੈਸ਼ ਦੈਨ ਰੈਬਿਟ। ਇਹਦੇ 'ਚ ਵੀ ਦੋ ਜਣਿਆਂ ਦੀ ਗੱਲ ਆ ਗਈ ਨਾ ਹੁਣ, ਬਿਗਰ। ਹੁਣ ਆਪਾਂ ਨੈਕਸਟ ਕਰਦੇ ਹਾਂ। ਨੈਕਸਟ ਆਰਟੀਕਲਸ ਯੂਜ਼ ਕਰਨੇ ਨੇ। ਜਿੱਥੇ ਇੱਕ ਚੀਜ਼ ਦੀ ਗੱਲ ਕੀਤੀ ਹੋਵੇ ਜਾਂ ਫਿਰ ਕਿਤੇ ਕੌਨਸੋਨੈਂਟ ਜਿਹੜਾ ਵਰਡ ਜਿੱਥੇ ਆਪਾਂ ਆਰਟੀਕਲ ਲਾਉਣਾ। ਹੁਣ ਦੇਖੋ ਜਿਵੇਂ ਬੁੱਕ ਹੈ, ਆਈ ਐਮ ਰੀਡਿੰਗ ਬੁੱਕ ਡੈਸ਼ ਬੁੱਕ। ਇੱਥੇ ਹੁਣ ਕੀ ਲੱਗੂ? ਕੌਨਸੋਨੈਂਟ ਵਰਡ ਹੈ ਬੀ। ਵੋਵਲਸ ਕਿਹੜੇ ਹੁੰਦੇ ਨੇ ਆਪਣੇ? ਏ, ਈ, ਆਈ, ਓ ਐਂਡ ਯੂ। ਇਹ ਹੁੰਦੇ ਨੇ ਆਪਣੇ ਵੋਵਲਸ। ਕੌਨਸੋਨੈਂਟ ਬਾਕੀ ਦੇ ਜਿਹੜੇ ਰਹਿ ਜਾਂਦੇ ਨੇ ਉਹ ਕੌਨਸੋਨੈਂਟ ਹੁੰਦੇ ਨੇ। 25 ਆਪਣੇ ਵੋਵਲਸ ਹੁੰਦੇ ਨੇ ਅਤੇ ਬਾਕੀ ਜਿਹੜੇ ਬਚ ਜਾਂਦੇ ਨੇ ਹੁੰਦੇ ਨੇ 21 ਕੌਨਸੋਨੈਂਟਸ। ਹੁਣ ਦੇਖੋ ਜਿਹੜੇ ਕੌਨਸੋਨੈਂਟ, ਜਿੱਥੇ ਆਪਾਂ ਕੌਨਸੋਨੈਂਟ ਵਰਡ ਤੋਂ ਸਟਾਰਟ ਹੁੰਦਾ ਹੋਵੇ ਵਰਡ ਔਰ ਕੌਨਸੋਨੈਂਟ ਦੀ ਆਵਾਜ਼ ਆਵੇ, ਉੱਥੇ ਆਪਾਂ ਯੂਜ਼ ਕਰਾਂਗੇ ਅ। ਆਈ ਐਮ ਰੀਡਿੰਗ ਅ ਬੁੱਕ। ਇੱਥੇ ਕਿਉਂਕਿ ਬ ਕੌਨਸੋਨੈਂਟ ਹੈ, ਇਸ ਲਈ ਇੱਥੇ ਏ ਯੂਜ਼ ਕੀਤੀ। ਹੀ ਇਜ਼ ਡੈਸ਼ ਓਨੈਸਟ ਮੈਨ। ਆਪਾਂ ਹੁਣ ਇਹਨੂੰ ਹੋਨੈਸਟ ਤਾਂ ਕਹਿੰਦੇ ਨਹੀਂਗੇ, ਹੈ ਨਾ। ਆਪਾਂ ਇਹ ਕਹਿੰਦੇ ਹਾਂ HONEST, ਓਨੈਸਟ ਕਹਿੰਦੇ ਹਾਂ। ਐਚ ਵਿੱਚੋਂ ਆਪਾਂ ਸਾਈਲੈਂਟ ਕਰ ਦਿੰਦੇ ਹਾਂ, ਓਨੈਸਟ ਰਹਿ ਜਾਂਦਾ ਵਰਡ। ਬਟ ਸਟਾਰਟ ਹੁੰਦਾ ਕੌਨਸੋਨੈਂਟ ਤੋਂ, ਬਟ ਇਹਦੀ ਪ੍ਰੋਨਾਊਂਸੇਸ਼ਨ ਜਿਹੜੀ ਹੈਗੀ ਵੋਵਲ ਦੀ ਹੈ, ਠੀਕ ਹੈ। ਜਿੱਥੇ ਵੋਵਲ ਦੀ ਪ੍ਰੋਨਾਊਂਸੇਸ਼ਨ ਹੋ ਜਾਵੇ ਉੱਥੇ ਆਪਾਂ ਐਨ ਯੂਜ਼ ਕਰਨਾ ਹੈ, ਠੀਕ ਹੈ। ਡੈਸ਼ ਰੈੱਡ ਫੋਰਟ ਇਜ਼ ਇਨ ਦਿੱਲੀ। ਜਿੱਥੇ ਮਤਲਬ ਕਿਸੇ ਯੂਨੀਵਰਸਲ ਟਰੁੱਥ ਦੀ ਜਾਂ ਫਿਰ ਕਿਸੇ ਨਾਊਨ ਦੀ ਗੱਲ ਕੀਤੀ ਜਾਵੇ, ਜਿਵੇਂ ਕਿਸੇ ਰਿਵਰ ਹੋ ਗਈ, ਜਿਵੇਂ ਗੰਗਾ, ਯਮੁਨਾ, ਹੈਕਣ, ਹੈ ਨਾ, ਰਿਵਰਸ ਹੋ ਗਈਆਂ। ਕਿਸੇ ਸਟੇਟ, ਡਿਸਟ੍ਰਿਕਟ, ਕਿਸੇ ਪਰਸਨ ਦਾ ਨੇਮ ਲਿਆ ਜਾਵੇ, ਕਿਸੇ ਸਪੈਸ਼ਲ ਪਲੇਸ ਦਾ, ਜਾਂ ਫਿਰ ਕਿਸੇ ਯੂਨੀਵਰਸਲ ਟਰੁੱਥ ਜਿਵੇਂ ਸਨ, ਅਰਥ। ਇਹਨਾਂ ਨੇ ਸਨ ਅਰਥ ਹੀ ਰਹਿਣਾ, ਇਹਨਾਂ ਨੇ ਕਿਹੜਾ ਚੇਂਜ ਹੋਣਾ। ਉਹਦੇ ਮੂਹਰੇ ਆਪਾਂ ਯੂਜ਼ ਕਰਦੇ ਹਾਂ ਦ। ਸਪੀਕ ਡੈਸ਼ ਟਰੁੱਥ। ਟਰੁੱਥ ਤਾਂ ਹੁਣ ਸੱਚ ਤਾਂ ਸੱਚ ਹੀ ਰਹੂਗਾ, ਝੂਠ ਥੋੜ੍ਹੀ ਬਣਨ ਲੱਗਿਆ। ਇੱਥੇ ਆਪਾਂ ਯੂਜ਼ ਕਰਾਂਗੇ ਦ। ਡੋਂਟ ਟੈਲ ਡੈਸ਼, ਡੋਂਟ ਟੈਲ ਅ ਲਾਈ। ਦੇਖੋ ਹੁਣ ਲਾਈ, LIE। ਐਲ ਕੀ ਹੈ? ਕੌਨਸੋਨੈਂਟ। ਆਵਾਜ਼ ਕਿਹਦੀ ਆਉਂਦੀ ਹੈ? ਕੌਨਸੋਨੈਂਟ ਦੀ। ਯੂਜ਼ ਕਰਾਂਗੇ ਅ। ਡੈਸ਼ ਇਜ਼ ਫਲਾਈਂਗ ਇਨ ਡੈਸ਼ ਸਕਾਈ। ਬਰਡ ਤਾਂ ਬਰਡ ਹੀ ਰਹੂਗਾ, ਉਹ ਕਿਹੜਾ ਐਨੀਮਲ ਬਣਨ ਲੱਗਿਆ। ਸਕਾਈ ਰਹੂਗਾ, ਉਹ ਨਾ ਜ਼ਮੀਨ ਵੀ ਨਹੀਂ ਬਣਨ ਲੱਗਿਆ ਸਕਾਈ, ਠੀਕ ਹੈ। ਅਰਥ ਨਹੀਂ ਬਣਨ ਲੱਗਿਆ ਸਕਾਈ, ਜਾਂ ਫਿਰ ਸਕਾਈ ਮੂਨ ਨਹੀਂ ਬਣਨ ਲੱਗਿਆ, ਇਸ ਲਈ ਇੱਥੇ ਦੋਨਾਂ ਵਿੱਚ ਆਪਾਂ ਯੂਜ਼ ਕਰਾਂਗੇ ਦ। ਮਾਈ ਕਜ਼ਨ ਇਜ਼ ਡੈਸ਼ ਡਾਕਟਰ। ਡਾਕਟਰ ਹੀ ਰਹੂਗਾ, ਨਾ ਉਹ ਇੰਜੀਨੀਅਰ ਬਣ ਜਾਏਗਾ, ਨਾ ਉਹ ਪੁਲਿਸ ਆਫਿਸਰ ਬਣ ਜਾਏਗਾ। ਯੂਜ਼ ਕਰਾਂ ਇੱਥੇ ਆਊਗਾ ਓ, ਕਿਉਂਕਿ ਇੱਥੇ ਕੌਨਸੋਨੈਂਟ ਤੋਂ ਸਟਾਰਟ ਹੁੰਦਾ ਹੈ, ਠੀਕ ਹੈ। ਕੌਨਸੋਨੈਂਟ ਤੋਂ ਸਟਾਰਟ ਹੁੰਦਾ ਹੈ, ਕੌਨਸੋਨੈਂਟ ਦੀ ਆਵਾਜ਼ ਆਉਂਦੀ ਹੈ, ਇਸ ਲਈ ਇੱਥੇ ਆਪਾਂ ਯੂਜ਼ ਕੀਤਾ ਅ। ਪਹਿਲਾਂ ਮੈਂ ਤੁਹਾਨੂੰ ਜਿਹੜਾ ਦੱਸਦਾ ਉਹ ਗਲਤ ਸੀ, ਠੀਕ ਹੈ। ਦ ਐਸਟਰੋਨੌਟ ਕੈਨ ਗੋ ਟੂ ਦ ਮੂਨ। ਐਸਟਰੋਨੌਟ ਹੀ ਰਹੇਗਾ ਅਤੇ ਮੂਨ ਹੀ ਰਹੇਗਾ। ਡੈਸ਼ ਅਰਥ ਗੋਜ਼ ਅਰਾਊਂਡ ਡੈਸ਼ ਸਨ। ਅਰਥ ਇਜ਼ ਅਰਥ ਐਂਡ ਸਨ ਇਜ਼ ਸਨ। ਸਨ ਮੂਨ ਨਹੀਂ ਬਣਨ ਲੱਗਿਆ, ਅਰਥ ਜੁਪੀਟਰ ਨਹੀਂ ਬਣਨ ਲੱਗੀ, ਠੀਕ ਹੈ। ਦੋਨਾਂ ਵਿੱਚ ਦ ਆਏਗਾ। ਡੈਸ਼ ਵਿੰਡੋ ਇਜ਼ ਮੇਡ ਆਫ ਗਲਾਸ। ਦ ਵਿੰਡੋ ਕਿਹੜਾ ਹੋਰ ਕੁਝ ਬਣਨ ਲੱਗੀ ਹੈ। ਦੇਅਰ ਇਜ਼ ਐਨ ਐਪਲ, ਏ, ਠੀਕ ਹੈ। ਏ ਇਜ਼ ਫॉर ਐਪਲ। ਏ ਵੋਵਲ ਹੈ, ਪ੍ਰੋਨਾਊਂਸੇਸ਼ਨ ਵੀ ਹੁੰਦੀ ਹੈ, ਵੋਵਲ ਦੀ ਹੁੰਦੀ ਹੈ। ਇੱਥੇ ਯੂਜ਼ ਕਰਾਂਗੇ ਐਨ।
बनाना कॉन्सोनेंट है, कॉन्सोनेंट की आवाज़ आती है, यूज़ करांगे अ। ऑन द प्लेट, प्लेट प्लेट ही रहेगी, बाउल नहीं होएगी, द यूज़ करांगे। लुक एट द ब्लैक बोर्ड, ब्लैक बोर्ड ही रहेगा, वाइट बोर्ड नहीं बनेगा। ओके, नैक्सट एक स्टोरी है, स्टोरी में थोड़ा एक बार दस देनी है, ठीक है। वैसे इन्हें कोई क्वेश्चन आंसर वगैरह है नहीं गे, जिमें 6th चैप्टर च सीगे। आप स्टार्ट सॉरी। One day a man was going to the market with his son and as एक दिन एक ਪਰਸਨ ਸੀ ਜਿਹੜਾ ਆਪਣੇ ਪੁੱਤਰ ਅਤੇ ਇੱਕ ਡੋਂਕੀ ਦੇ ਨਾਲ, ਆਪਣੇ ਡੋਂਕੀ ਦੇ ਨਾਲ, ਐਜ਼ ਮੀਨਸ ਗਧਾ ਕਹਿ ਸਕਦੇ ਹਾਂ, ਠੀਕ ਹੈ, ਅਤੇ ਆਪਣੇ ਪੁੱਤਰ ਦੇ ਨਾਲ ਮਾਰਕੀਟ ਨੂੰ ਜਾ ਰਿਹਾ ਸੀ। ਦੇ ਮੈਟ ਅ ਕਪਲ ਔਨ ਦ ਵੇ, ਉਹਨਾਂ ਨੇ ਇੱਕ ਕਪਲ ਨੂੰ ਮਿਲੇ ਰਾਹ ਦੇ ਵਿੱਚ। ਵਾਈ ਵਾਕ ਵੈਨ ਯੂ ਹੈਵ ਐਨ ਐਜ਼ ਟੂ ਰਾਈਡ, ਉਹ ਕਹਿੰਦੇ ਤੁਸੀਂ ਤੁਰ ਕਿਉਂ ਰਹੇ ਹੋ, ਜਾਂ ਤੁਹਾਡੇ ਕੋਲ ਇੱਕ ਡੋਂਕੀ ਹੈ, ਠੀਕ ਹੈ, ਤੁਸੀਂ ਕਿਉਂ ਤੁਰ ਰਹੇ ਹੋ। ਕਾਲ ਆਊਟ ਦ ਹਸਬੈਂਡ, ਹਸਬੈਂਡ ਕਹਿੰਦਾ ਸੀਟ ਦ ਬੋਏ ਔਨ ਦ ਐਜ਼, ਵੀ ਆਪਣੇ ਬੇਟੇ ਨੂੰ ਉਹਦੇ ਉੱਤੇ ਐਜ਼ ਉੱਤੇ ਬਿਠਾਓ। ਆਈ ਵੁੱਡ ਲਾਈਕ ਦੈਟ ਸੈਡ ਦ ਬੋਏ, ਹੈਲਪ ਮੀ ਅਪ ਫਾਦਰ, ਬੇਟਾ ਕਹਿੰਦਾ ਵੀ ਮੈਨੂੰ ਇਹ ਵਧੀਆ ਲੱਗਿਆ, ਮੈਨੂੰ ਪਿਤਾ ਜੀ ਮੇਰੀ ਹੈਲਪ ਕਰੋ। ਸੂਨ ਦੇ ਮੈਟ ਅਨਦਰ ਕਪਲ, ਥੋੜ੍ਹੇ ਸਮੇਂ ਵਿੱਚ ਉਹ ਦੂਸਰੇ ਕਪਲ ਨੂੰ ਮਿਲੇ। ਹਾਊ ਸ਼ੇਮਫੁਲ ਆਫ ਯੂ ਕ੍ਰਾਈਡ ਦ ਵੂਮਨ, ਲੈਟ ਯਰ ਫਾਦਰ ਰਾਈਡ, ਵੋਂਟ ਬੀ ਟਰਾਈਡ। ਸੋ ਦ ਬੋਏ ਗॉट ਡਾਊਨ ਐਂਡ ਫਾਦਰ ਰੋਡ ਐਂਡ ਦ ਐਜ਼, ਦੂਜੇ ਉਹ ਕਪਲ ਨੂੰ ਮਿਲੇ ਰਾਸਤੇ ਵਿੱਚ। ਫਿਰ ਉਹਨਾਂ ਕਿਹਾ ਤੁਸੀਂ ਕਿੰਨੇ ਸ਼ੇਮਫੁਲ ਹੋ। ਵੂਮੈਨ ਕਹਿੰਦੀ ਤੁਸੀਂ ਆਪਣੇ ਪਿਤਾ ਜੀ ਨੂੰ ਉੱਤੇ ਬੈਠਣ ਦਿਓ, ਠੀਕ ਹੈ। ਵੋਂਟ ਬੀ ਟਾਇਰਡ, ਉਹ ਵੀ ਬਹੁਤ ਥੱਕੇ ਹੋਣਗੇ। ਸੋ ਦ ਬੋਏ ਗॉट ਡਾਊਨ ਐਂਡ ਦ ਫਾਦਰ ਰੋਡ ਦ ਐਜ਼, ਫਿਰ ਜਿਹੜਾ ਬੋਏ ਸੀ ਉਹ ਥੱਲੇ ਉਤਰ ਗਿਆ ਅਤੇ ਪਿਤਾ ਜੀ ਉਸ ਐਜ਼ ਉੱਤੇ ਬੈਠ ਗਏ। ਅਗੇਨ ਦੇ ਮਾਰਚਡ ਔਨ ਪੂਅਰ ਬੋਏ, ਸੈਡ ਦ ਨੈਕਸਟ ਪਰਸਨ ਦੇ ਮੈਟ, why should the lazy father ride while his son is walking? So boy got onto the ass too. As they went on they met some travelers. ਉਹ ਫਿਰ ਇੱਕ ਪੂਅਰ ਬੋਏ ਨੂੰ ਮਿਲੇ ਅਤੇ ਦੂਸਰੇ ਪਰਸਨ ਨੇ ਕਿਹਾ, ਜੇ ਨੈਕਸਟ ਪਰਸਨ ਸੀ ਉਸ ਤੋਂ ਅਗਲਾ, ਉਹਨੂੰ ਮਿਲੇ। ਫਿਰ ਉਹ ਕਹਿੰਦਾ ਲੇਜ਼ੀ ਫਾਦਰ ਤੁਸੀਂ ਕਿਉਂ ਉੱਤੇ ਚੜ੍ਹੇ ਹੋਏ ਹੋ, ਠੀਕ ਹੈ, ਆਪਣੇ ਪੁੱਤਰ, ਤੁਹਾਡਾ ਪੁੱਤਰ ਤੁਰੇ ਜਾ ਰਿਹਾ, ਤੁਸੀਂ ਉੱਤੇ ਬੈਠੇ ਸਵਾਰੀ ਕਰ ਰਹੇ ਹੋ, ਠੀਕ ਹੈ। ਸੋ ਦ ਬੋਏ ਗॉट ਔਨ ਟੂ ਦ ਐਜ਼ ਟੂ, ਫਿਰ ਬੋਏ ਵੀ ਉੱਤੇ ਚੜ੍ਹ ਗਿਆ। ਐਜ਼ ਏ ਵੈਂਟ ਔਨ ਦੇ ਮੈਟ ਸਮ ਟਰੈਵਲਰਸ, ਜਦੋਂ ਜਾ ਰਹੇ ਸੀ ਫਿਰ ਉਹ ਕੁਝ ਹੋਰ ਟਰੈਵਲਰਸ ਨੂੰ, ਯਾਤਰੀਆਂ ਨੂੰ ਮਿਲੇ। ਹਾਊ ਕਰੂਅਲ ਆਫ ਦੈਮ, ਦੇ ਆਰ ਅਪ ਟੂ ਕਿਲ ਹੈਜ਼ ਦ ਪੂਅਰ ਐਜ਼, ਤੁਸੀਂ ਕਿੰਨੇ ਜ਼ਾਲਮ ਹੋ, ਅਤੇ ਤੁਸੀਂ ਦੋਵੇਂ ਜਾਣੇ ਇਸ ਵਿਚਾਰੇ ਐਜ਼ ਉੱਤੇ ਬੈਠੇ ਹੋ ਕਿ ਤੁਸੀਂ ਇਹਨੂੰ ਮਾਰਨਾ ਚਾਹੁੰਦੇ ਹੋ। ਕ੍ਰਾਈਡ ਵਨ ਆਫ ਦ ਟਰੈਵਲਰ, ਉਹਨਾਂ ਵਿੱਚ ਇੱਕ ਯਾਤਰੀ ਨੇ ਕਿਹਾ। ਹੀਅਰਿੰਗ ਦਿਸ ਦ ਫਾਦਰ ਐਂਡ ਸਨ ਗॉट ਡਾਊਨ, ਨਾਓ ਦੇ ਡਿਸਾਈਡਡ ਟੂ ਕੈਰੀ ਦ ਐਜ਼ ਔਨ ਦੇਅਰ ਸ਼ੋਲਡਰਸ, ਫਿਰ ਇਹ ਸੁਣ ਕੇ ਫਾਦਰ ਅਤੇ ਉਸਦਾ ਬੇਟਾ ਥੱਲੇ ਉਤਰਿਆ ਅਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਉਸ ਨੂੰ ਐਜ਼ ਨੂੰ ਆਪਣੇ ਮੋਢਿਆਂ ਉੱਤੇ ਲੈ ਕੇ ਜਾਣਗੇ। As they did so, their travels broke into laughter. The laughter frightened the ass. It broke free and galloped away. ਫਿਰ ਜਦੋਂ ਉਹਨਾਂ ਨੇ ਉੱਤੇ ਆਪਣੇ ਸ਼ੋਲਡਰਸ ਉੱਤੇ ਚੱਕਿਆ, ਫਿਰ ਕੁਝ ਟਰੈਵਲਰਸ ਜਿਹੜੇ ਸੀਗੇ ਹੱਸਣ ਲੱਗ ਪਏ, ਠੀਕ ਹੈ, ਓਕੇ, ਉਹ ਹੱਸਣ ਲੱਗ ਪਏ। ਫਿਰ ਜਿਹੜਾ ਸੀ ਐਜ਼ ਉੱਤੇ ਹੱਸਣ ਲੱਗ ਪਏ। ਆਈ ਬ੍ਰੋਕ ਫਰੀ ਐਂਡ ਗਲੋਬਡ ਅਵੇ, ਉਹ ਫਿਰ ਹੱਸ ਕੇ ਉੱਥੋਂ ਚਲੇ ਗਏ। ਮੋਰਲ, ਯੂ ਕੈਨੋਟ ਪਲੀਜ਼ ਐਵਰੀਵਨ, ਮਤਲਬ ਇਹਦੇ ਵਿੱਚ ਸਟੋਰੀ 'ਚ ਐਂ ਦੱਸਿਆ ਗਿਆ ਵੀ ਜੇ ਉਹ ਜਿਨ੍ਹਾਂ ਨੂੰ ਵੀ ਮਿਲਦੇ ਸੀ ਉਹਨਾਂ 'ਚੋਂ ਕਿਸੇ ਨੂੰ ਕੁਛ ਪਸੰਦ ਨਹੀਂ ਸੀ ਆਉਂਦਾ। ਇਹਦੇ ਵਿੱਚ ਦੱਸਿਆ ਵੀ ਤੁਸੀਂ ਆਪਾਂ ਕਿਸੇ ਨੂੰ ਕਦੇ ਵੀ ਖੁਸ਼ ਨਹੀਂ ਰੱਖ ਸਕਦੇ, ਠੀਕ ਹੈ। ਨੈਕਸਟ ਹੈ ਮੇਕ ਅ ਲਿਸਟ ਆਫ ਥਿੰਗਸ ਦੈਟ ਵੀ ਗੈਟ ਫਰੋਮ ਦ ਟਰੀਜ਼ ਤੋਂ ਆਪਾਂ ਨੂੰ ਕੀ ਕੁਝ ਮਿਲਦਾ ਹੈ ਉਹਦੀ ਲਿਸਟ ਬਣਾਉਣੀ ਹੈ। ਵੁੱਡ, fruits, furniture, medicines,
ਚਾਰਕੋਲ, ਪੈਨਸਿਲਸ ਐਂਡ ਰਬੜ। ਇਹ ਤੁਸੀਂ ਲਿਸਟ ਬਣਾ ਲਿਓ। ਅਗਰ ਤੁਸੀਂ ਹੋਰ ਕੁਝ ਤੁਹਾਨੂੰ ਪਤਾ ਹੈ ਤਾਂ ਤੁਸੀਂ ਉਹ ਵੀ ਵਿੱਚ ਐਡ ਕਰ ਸਕਦੇ ਹੋ, ਠੀਕ ਹੈ। ਪਿਕਚਰ ਕੰਪੋਜੀਸ਼ਨ ਆ ਗਿਆ ਹੈ। ਲੁੱਕ ਐਟ ਦ ਪਿਕਚਰ ਕੇਅਰਫੁਲੀ ਐਂਡ ਰਾਈਟ 5 ਸੈਂਟੈਂਸ ਅਬਾਊਟ ਇਟ। ਹੁਣ ਦੇਖੋ, ਫਸਟ ਲਾਈਨ ਦਾ ਆਪਾਂ ਇਹ ਬਣਾਵਾਂਗੇ, ਦੇयर ਆਰ ਮੈਨੀ ਪੀਪਲਸ ਇਨ ਦ ਮਾਰਕੀਟ। ਹੈ ਤੁਹਾਨੂੰ ਇੱਕ ਮਾਰਕੀਟ ਲੱਗ ਰਹੀ ਹੈ ਨਾ, ਤਾਂ ਮਾਰਕੀਟ ਵਿੱਚ ਕਿੰਨੇ ਸਾਰੇ ਲੋਕ ਨੇ। ਕਹਾਂਗੇ ਦੇयर ਆਰ ਮੈਨੀ ਪੀਪਲਸ ਇਨ ਦ ਮਾਰਕੀਟ। ਅ ਬॉय हैज़ 2 ਆਈਸਕ੍ਰੀਮਸ ਇਨ ਹਿਜ਼ हैंड। ਆ ਦੇਖੋ, ਅ ਬॉय ਹੈ, ਇਹਦੇ ਹੱਥ ਵਿੱਚ 2 ਆਈਸਕ੍ਰੀਮਸ ਨੇ, ਠੀਕ ਹੈ। ਅੱਗੇ ਆਪਾਂ ਐਡ ਕਰਾਂਗੇ ਲਾਈਨ, ਅਨਦਰ ਬॉय ਇਜ਼ ਗੋਇੰਗ ਟੂ ਮਾਰਕੀਟ ਵਿਦ ਹਿਜ਼ ਪੇਰੈਂਟਸ। ਆਹ ਵਾਲਾ ਬॉय ਮਾਰਕੀਟ ਜਾ ਰਿਹਾ ਆਪਣੇ ਪੇਰੈਂਟਸ ਨਾਲ। ਹੁਣ ਦੇਖੋ ਇੱਕ ਲਾਈਨ ਹੈ, ਅ ਬॉय ਵਿਦ ਦ ਗਰਲ ਇਜ਼ ਗੋਇੰਗ ਟੂ ਸਮ ਅਦਰ ਸ਼ॉप्स। ਹੁਣ ਆਹ ਦੇਖੋ, ਤੁਹਾਨੂੰ ਦਿਖ ਰਿਹਾ ਹੋਏਗਾ, ਇੱਕ ਬॉय ਅਤੇ ਇੱਕ ਗਰਲ ਕਿਸੇ ਹੋਰ ਸ਼ੌਪਸ ਉੱਤੇ ਜਾ ਰਹੇ ਨੇ, ਜਾਂ ਫਿਰ ਤੁਸੀਂ ਆ ਵੀ ਮੰਨ ਸਕਦੇ ਹੋ, ਆ ਵੀ ਮੰਨ ਸਕਦੇ ਹੋ, ਠੀਕ ਹੈ। ਨੈਕਸਟ ਹੈ ਲਾਸਟ ਲਾਈਨ, ਦੇयर ਆਰ ਟਾਲ ਬਿਲਡਿੰਗਸ। ਇੱਥੇ ਬਹੁਤ ਉੱਚੀਆਂ ਉੱਚੀਆਂ ਇਮਾਰਤਾਂ ਹਨ। ਹੁਣ ਆਪਣੀ ਵੀਡੀਓ ਕੰਪਲੀਟ ਹੁੰਦੀ ਹੈ। ਮੇਰੀ ਵੀਡੀਓ ਨੂੰ ਪਲੀਜ਼ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜ਼ਰੂਰ ਕਰਿਓ, ਠੀਕ ਹੈ। ਨੈਕਸਟ ਵੀਡੀਓ ਵਿੱਚ ਆਪਾਂ ਕਵਰ ਕਰਾਂਗੇ ਆਪਣਾ ਚੈਪਟਰ ਨੰਬਰ 8। ਉਦੋਂ ਤੱਕ ਲਈ ਤੁਸੀਂ ਆਹ ਵਾਲੇ ਚੈਪਟਰ ਦੀ ਵੀਡੀਓ ਦੇਖੋ ਅਤੇ ਸਮਝੋ, ਅਤੇ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ, ਠੀਕ ਹੈ। ਬਾਏ ਬਾਏ।